किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असी वख-वख दिनां च वख-वख विषयां ते वख-वख माहरां नाल गलबात करदे ही रहने हैं। मिठा सिंह जी ओ बल्ले 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 चौहान साहब जय हिंद जी, जय हिंद। वाह जी वाह, वाह डॉक्टर साहब जय हिंद जी। जय हिंद जी। पहले बैठो बैठो, बैठो आओ जी आओ बैठो डॉक्टर साहब जी। बल्ले 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 बह गए जी। की हाल चाल है? बहुत वधिया जी, ठीक ठाक है। हाँ बहुत वधिया। डॉक्टर साहब फिर नाल ही लेके आए हैं। नाल ले जी, आ नेड़े ही मिल गए अपनी बैठक दे। रस्ते जी टक्कर पे? हाँ 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 सबबी मेले हो गए। चलो बहुत वधिया। डॉक्टर साहब नूं अज खास तौर पर सद्या आ, इन्हां नाल गलबात करनी है। तुसीं सुनाओ। मैं बहुत वधिया जी, वधिया है, बहुत अच्छा आनंद मंगल। काम कार च थोड़े रुझे हुए सी तुसीं? अंबा रुझे हुए सी ਤਾਂ ਹੀ ਦੇਰ ਬਾਅਦ ਬੈਠਕ ਚ ਆਇਆ। मैं आना काम कार करना ही बंदे दी जिंदगी च लाजमी है, हाँ है ना? बिल्कुल बिल्कुल जी। दुनिया च सब तो औखा काम पता की है डॉक्टर साहब? वेले रहना है ना? ਸਾਰਿਆਂ ਤੋਂ ਔਖਾ ਕੰਮ ਹੈ। काम च रुझे रहिए ਤਾਂ ਤੇ ਫਿਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਕਿਹੜੇ ਵੇਲੇ ਲੰਘ ਗਿਆ। ਟਾਈਮ ਵੀ ਵਿਹਲੇ ਨਹੀਂ ਰਹਿ ਪਤਾ ਕੇ। ਲੱਗਦਾ ਜੀ, ਤੇ ਜਿਹੜਾ ਦਿਮਾਗ ਆ ਉਹ ਸਹੀ ਪਾਸੇ ਲੱਗਿਆ ਰਹਿੰਦਾ। ਸਹੀ ਪਾਸੇ ਲੱਗਿਆ ਵਿਹਲਾ ਰਹਿੰਦਾ। ਮਨ ਸ਼ੈਤਾਨ ਦਾ ਘਰ ਨਹੀਂ ਤਾਂ ਬਣ ਜਾਂਦਾ ਨਾ ਨਹੀਂ ਫਿਰ। ਹੁਣ ਹੋਰ ਗੱਲ ਜੇ, ਹੁਣ ਵਿਹਲਾ ਮਨ ਸ਼ੈਤਾਨ ਦਾ ਘਰ ਘਟਿਆ, ਹੁਣ ਵਿਹਲਾ ਮਨ ਬਿਮਾਰੀਆਂ ਦਾ ਘਰ। ਉਹ ਤੇਰੀ। ਅੱਛਾ ਚਲੋ ਡਾਕਟਰ ਸਾਹਿਬ ਨੂੰ ਲੈ ਕੇ ਆਏ ਆ, ਜਾਣਦੇ ਨਾ ਡਾਕਟਰ ਸਾਹਿਬ ਨੂੰ ਤੁਸੀਂ? ਹਾਂ ਮੈਂ, ਤੁਸੀਂ ਮਹਾਰਾਜ ਮੈਨੂੰ ਇੰਟਰੋਡਕਸ਼ਨ ਕਰਵਾ ਦਿਓ, ਪਹਿਲਾਂ ਦੇਖਿਆ ਇਹਨਾਂ ਨੂੰ ਇੱਕ ਸਾਰਿਆਂ ਨੂੰ ਵਾਰੀ। ਕਰਾ ਦਿੰਦੇ ਆ। ਡਾਕਟਰ ਵਿਕਰਮ ਵਰਮਾ। ਅੱਛਾ ਜੀ, ਹੈਂ ਜੀ। ਅੱਛਾ ਇਹ ਆਪਣੇ ਬਾਗਬਾਨੀ ਵਿਭਾਗ ਦੇ ਵਿੱਚ ਹਾਂ ਹੈ ਇਹ ਸੇਵਾਵਾਂ ਨਿਭਾ ਰਹੇ ਨੇ, ਬਾਗਬਾਨੀ ਵਿਕਾਸ ਅਫਸਰ ਦੇ ਤੌਰ ਤੇ। ਅੱਛਾ 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 ਤੇ ਅੱਛਾ। ਆਏ ਕਿੱਥੋਂ ਆਏ ਮੈਂ ਜੇ ਦੱਸਾਂ ਤੇ ਤੁਸੀਂ ਬੁੱਝ ਸਕਦੇ ਹੋ ਤਾਂ ਬੁੱਝੋ। ਬਾਗਾਂ ਦਾ ਨਾਂ ਲਈਏ ਤੇ ਕਿਹੜਾ ਜ਼ਿਲ੍ਹਾ? ਹੁਸ਼ਿਆਰਪੁਰ ਤੋਂ ਹੀ ਆਏ ਹੋਣਗੇ ਫਿਰ, ਹੈ ਨਾ? ਆਪਣੇ ਲਾਗੇ ਹੁਸ਼ਿਆਰਪੁਰ ਪੈਂਦਾ। ਬਿਲਕੁਲ, ਵੈਸੇ ਤੇ ਬਿਲਕੁਲ। ਬਾਗ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ ਤੇ ਹੈਗੇ ਨੇ। ਮਾਲਵੇ ਸਾਡਾ ਜਿਹੜਾ ਬਾਗਾਂ ਨਾਲ ਭਰਿਆ ਪਿਆ। ਬਿਲਕੁਲ ਪਰ ਦੁਆਬੇ ਦੀ ਗੱਲ ਕਰੀਏ ਹਾਂ। ਤੇ ਹੁਸ਼ਿਆਰਪੁਰ ਜਿਹੜਾ ਵਾ ਇਹ ਕੀ ਕਿਹੜਾ ਸਟੇਟ ਆਂਦੇ ਹੁੰਦੇ ਇਹਨੂੰ? ਸਿਟਰਸ ਸਟੇਟ। ਹਾਂ। ਆਪਣੇ ਜਿਹੜਾ ਇਸ ਏਰੀਆ ਨੂੰ ਸਿਟਰਸ, ਮਤਲਬ ਅਸੀਂ ਕਿਉਂਕਿ ਹੁਸ਼ਿਆਰਪੁਰ ਦੇ ਥੋੜਾ ਜਿਹਾ ਨੇੜੇ ਆ, ਇਸ ਕਰਕੇ ਜਦੋਂ ਬਾਗਾਂ ਦੀ ਗੱਲ ਆਉਂਦੀ ਆ ਤੇ ਸਾਡੇ ਜ਼ਿਹਨ ਦੇ ਵਿੱਚ ਸਿੱਧਾ ਹੁਸ਼ਿਆਰਪੁਰ ਹੀ ਆਉਂਦਾ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਹਾਂ 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 ਇਹਨਾਂ ਨਾਲ ਤੇ ਚਲੋ ਕਰਦੇ ਆ ਅੱਜ ਗੱਲਬਾਤ ਜਿਹੜੀ ਵੀ ਉੱਥੇ ਕਰਨੀ। ਸਿਟਰਸ ਸਟੇਟ ਦੇ ਵਿੱਚ ਲੱਗੇ ਹੋਏ ਆ। ਬਿਲਕੁਲ ਹੈ ਹੀ ਉੱਥੇ ਆ ਜੀ, ਬਾਗਾਂ ਦਾ ਸਾਰਾ ਕੰਮ ਹੀ ਉਹ ਉੱਥੇ। ਬੱਲੇ ਬੱਲੇ ਬੱਲੇ, ਫਿਰ ਇਹਨਾਂ ਦੇ ਦਫ਼ਤਰ ਵੀ ਉੱਥੇ ਹੀ ਆ। ਕੀ ਬਾਤ ਹੈ ਜੀ, ਕੀ ਆ ਪੂਰੀ ਸਟੇਟ ਹੀ ਆ ਇਹਨਾਂ ਦੀ। ਅੱਛਾ ਚਲੋ ਬਹੁਤ ਵਧੀਆ ਗੱਲ ਹੈ ਜੀ। ਚਲੋ ਚੰਗੀ ਗੱਲ ਹੈ। ਅੱਛਾ ਮੈਂ ਹੀ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ। ਮੈਨੂੰ ਇੱਕ ਬੰਦਾ ਮਿਲਿਆ ਸੀ ਇੱਥੇ ਅੰਮ੍ਰਿਤਸਰ ਵਾਲੇ ਪਾਸੇ ਨਾ, ਮੇਰੇ ਨਾਨਕਿਆਂ ਦਾ ਪਿੰਡ ਆ। ਅੱਛਾ ਮੈਂ ਉੱਥੇ ਗਿਆ ਅੱਛਾ ਤੇ ਤੁਹਾਡਾ ਵੀ ਪੁੱਛਦਾ ਸੀ, ਉਹ ਮੈਂ ਦੱਸਦਾ ਬਾਅਦ ਚ ਤੁਹਾਨੂੰ ਕੌਣ ਸੀ। ਅੱਛਾ ਤੇ ਉਹ ਜਦੋਂ ਗਏ ਨਾ ਤੇ ਮੈਨੂੰ ਆਂਦਾ ਮਿੱਠਾ ਸਿੰਘ ਜੀ ਆਓ ਤੁਹਾਨੂੰ ਖੇਤਾਂ 'ਚ ਗੇੜਾ ਮਾਰ ਕੇ ਲਿਆਈ। ਅੱਛਾ ਉਹ ਮੈਂ ਕਿਹਾ ਸਾਰੀ ਦਿਹਾੜੀ ਖੇਤਾਂ 'ਚ ਹੀ ਰਹੀਦਾ, ਹਾਂ। ਬਹਿ ਜਾ ਮੱਲਾ ਚਾਹ ਪੀਨੇ ਆ ਬਹਿ ਕੇ। ਕੋਈ ਖਾਸ ਚੀਜ਼ ਦਿਖਾਉਣੀ ਹੋ ਫਿਰ ਉਹਨੇ? ਉਹ ਫਿਰ ਦਿਖਾਈ। ਅੱਛਾ ਦਿਖਾਈ ਉਹਨੇ। ਇਹੋ ਜਿਹਾ ਕੀ ਦਿਖਾਤਾ? ਉਹ ਆਂਦਾ ਮਿੱਠਾ ਸਿੰਘ ਜੀ ਝਾਤ ਮਾਰੋ। ਮੈਂ ਅੱਛਾ। ਮਾਰੀ, ਮੈਂ ਝਾਤ, ਮੈਂ ਕਿਹਾ ਵੀ ਠੀਕ ਹੈ ਮਾਰ ਲਈ। ਆਂਦਾ ਇਹ ਸਾਰੀ ਅਸੀਂ ਹੁਣ ਕੀ ਆਂਦੇ ਹੁੰਦੇ ਜੈਵਿਕ ਖੇਤੀ ਕਰਦੇ ਹਾਂ। ਅੱਛਾ ਬਿਨਾਂ ਖਾਦਾਂ ਜ਼ਹਿਰਾਂ ਤੋਂ? ਹਾਂ। ਅੱਛਾ ਅੱਛਾ ਅੱਛਾ, ਆਂਦਾ ਟਾਈਮ ਤੇ ਭਾਵੇਂ ਲੱਗ ਗਿਆ ਬਹੁਤ ਵਧੀਆ ਗੱਲ ਹੈ। ਪਰ ਹੁਣ ਆਂਦਾ ਉਹਨੇ ਨਾ ਵਜ੍ਹਾ ਵੀ ਦੱਸੀ ਸੀ। ਵੈਸੇ ਉਹ ਚਲੋ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਦਾ, ਉਹ ਵਜ੍ਹਾ ਵੀ ਇਦਾਂ ਦੀ ਸੀ ਕੁਝ ਜਿਹਦੇ ਕਰਕੇ ਮੋੜਾ ਪਾਣਾ ਪਿਆ। ਲਓ ਜੀ। ਆਂਦੇ ਮੈਂ ਪਾਇਆ, ਮੈਨੂੰ ਵੇਖੇ ਵੇਖੀ ਬੰਤਾ ਸਿੰਘ ਨੇ ਪਾਇਆ, ਬੰਤਾ ਸਿੰਘ ਨੂੰ ਵੇਖ ਕੇ ਫਲਾਣੇ ਨੇ ਪਾ ਲਿਆ। ਆਂਦਾ ਹੁਣ ਤਕਰੀਬਨ 60-70% ਸਾਡਾ ਪਿੰਡ ਜਿਹੜਾ ਨਾ ਉਹ ਜੈਵਿਕ ਖੇਤੀ ਕਰਦਾ ਆ। ਉਹ ਮਿੱਠਾ ਸਿੰਘ ਜੀ ਤੁਹਾਡੇ ਇਕੱਲੇ ਪਿੰਡ ਨੂੰ ਕੀ, ਇਹ ਤਾਂ ਪੂਰੇ ਪੰਜਾਬ ਨੂੰ ਇਸ ਪਾਸੇ ਨੂੰ ਮੁੜਨਾ ਪਊ। ਮੁੜਦੇ ਪਏ ਆ। ਹਾਂ ਇਹ ਅਸਲ 'ਚ ਨਾ ਪਤਾ ਕੀ ਹੁੰਦਾ ਡਾਕਟਰ ਸਾਹਿਬ, ਤੁਸੀਂ ਤੇ ਸਾਡੇ ਤੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ। ਅਸੀਂ ਜਦੋਂ ਕੋਈ ਨਵਾਂ ਕੰਮ ਛੇੜਦੇ ਆ ਨਾ, ਸਾਨੂੰ ਰੋਕਣ ਟੋਕਣ ਵਾਲੇ ਵੀ ਬਹੁਤ ਹੁੰਦੇ ਆ। ਉਹ ਐ ਨਾ ਕਰੀ, ਬਹੁਤ ਹੁੰਦੇ ਆ। ਉਹ ਐ ਨਾ ਕਰੀ ਝਾੜ ਘਟ ਜੂ, ਐ ਨਾ ਕਰੀ ਝਾੜ ਮਿਲਣਾ ਨਹੀਂ। ਉਹ ਮਿੱਠਾ ਸਿੰਘ ਜੀ ਬਹੁਤੇ ਤਾਂ ਜ਼ਿਮੀਂਦਾਰ ਆਪਾਂ ਨੂੰ ਇਹੀ ਸਲਾਹ ਦਿੰਦੇ ਆ, ਜੇ 5 ਬੋਰੀਆਂ ਯੂਰੀਏ ਦੀਆਂ ਨਾ ਪਾਈਆਂ ਤਾਂ ਕਣਕ ਹੀ ਨਹੀਂ ਹੋਣੀ। ਦੱਸੋ 5 ਬੋਰੀਆਂ ਪਾ ਕੇ ਅਸੀਂ ਕਿੱਥੇ ਜਾਵਾਂਗੇ? ਉਹ ਚੌਹਾਨ ਸਾਹਿਬ ਜੇ ਸਾਰੇ ਇਦਾਂ ਹੀ ਮਾਰ ਬਣ ਜਾਣ ਤੇ ਫਿਰ ਸਾਨੂੰ ਇਹਨਾਂ ਦੀ ਕੀ ਲੋੜ ਹੈ? ਇਹ ਵੀ ਗੱਲ ਠੀਕ ਆ, ਹੈ ਨਾ? ਅਸੀਂ ਤੇ ਜੋ ਸਾਨੂੰ ਮਹਾਰਾਂ ਨੇ ਕਹਿਣਾ ਅਸੀਂ ਉਹ ਕਰ। ਦੇਖੋ ਸਾਨੂੰ ਨਾ ਮਿੱਠਾ ਥੋੜੀ ਜੀ ਖੇਤੀ ਹਾਂ ਆਪਣੇ ਘਰੇਲੂ ਬਗੀਚੀ ਉਹ ਜ਼ਰੂਰ ਸਾਨੂੰ ਜੈਵਿਕ ਤੌਰ ਤੇ ਕਰ ਲੈਣੀ ਚਾਹੀਦੀ ਆ ਤੇ ਭਾਅ ਆਇਆ ਮੰਡੀਆਂ ਦੇ। ਅੱਛਾ
ਸੁਣਾ ਦਿਓ ਫਿਰ ਜੇ ਹੁਕਮ ਹੋਵੇ। ਲਾ 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 ਲਓ ਜੀ ਸੁਣਾਓ। ਇਦਾਂ ਆ ਵੀ ਆਲੂ ਜਲੰਧਰ 450 ਰੁਪਏ ਕੁਇੰਟਲ ਵਿਕਿਆ, ਅੰਮ੍ਰਿਤਸਰ 600 ਰੁਪਏ, ਖੰਨਾ 500 ਰੁਪਏ, ਮਾਨਸਾ 900 ਰੁਪਏ, ਬਰਨਾਲਾ 510 ਰੁਪਏ ਤੇ ਲੁਧਿਆਣਾ 850 ਰੁਪਏ ਕੁਇੰਟਲ। ਅੱਛਾ ਜੀ। ਪਿਆਜ਼ ਅੱਜ ਵਿਕਿਆ ਜੀ ਜਲੰਧਰ 800, ਅੰਮ੍ਰਿਤਸਰ 700, ਖੰਨਾ, ਮਾਨਸਾ ਤੇ ਬਰਨਾਲਾ 1000 ਰੁਪਏ ਕੁਇੰਟਲ ਭਾਅ ਰਿਹਾ ਜੀ ਤੇ ਲੁਧਿਆਣਾ 1100 ਰੁਪਏ। ਅੱਛਾ ਜੀ। ਟਮਾਟਰ ਜਲੰਧਰ 1000 ਰੁਪਏ, ਅੰਮ੍ਰਿਤਸਰ 1500 ਰੁਪਏ, ਖੰਨਾ 1300 ਰੁਪਏ, ਮਾਨਸਾ 1800 ਰੁਪਏ, ਬਰਨਾਲਾ 825 ਰੁਪਏ ਤੇ ਲੁਧਿਆਣਾ ਭਾਅ ਰਿਹਾ ਜੀ 1700 ਰੁਪਏ ਟਮਾਟਰਾਂ। ਅੱਛਾ ਜੀ। ਬੈਂਗਨ ਅੱਜ ਜਿਹੜਾ ਜੀ ਜਲੰਧਰ 850 ਰੁਪਏ, ਅੰਮ੍ਰਿਤਸਰ 900 ਰੁਪਏ, ਖੰਨਾ 500 ਰੁਪਏ, ਮਾਨਸਾ 2000 ਰੁਪਏ ਤੇ ਬਰਨਾਲਾ 1800 ਤੇ 50 ਰੁਪਏ ਕੁਇੰਟਲ ਦੇ ਹਿਸਾਬ ਨਾਲ। ਅੱਛਾ। ਤੇ ਘੀਆ ਅੱਜ ਵਿਕਿਆ ਜੀ ਜਲੰਧਰ 300 ਰੁਪਏ, ਅੰਮ੍ਰਿਤਸਰ 250 ਰੁਪਏ, ਖੰਨਾ 500 ਰੁਪਏ, ਮਾਨਸਾ 800 ਰੁਪਏ, ਬਰਨਾਲਾ 1500 ਰੁਪਏ ਤੇ ਲੁਧਿਆਣਾ 200 ਤੇ 50 ਰੁਪਏ ਦੇ ਹਿਸਾਬ ਨਾਲ ਅੱਜ ਘੀਏ ਦਾ ਭਾਅ ਰਿਹਾ ਜੀ। ਹੈ ਜੀ। ਇਹ ਤੇ ਸੀ ਜੀ ਮੰਡੀਆਂ ਦੇ ਭਾਅ। ਹੁਣ ਆ ਜਾਈਏ ਆਪਾਂ ਡਾਕਟਰ ਸਾਹਿਬ ਵੱਲ, ਜਿਹਦੇ ਕਰਕੇ ਇਹਨਾਂ ਨੂੰ ਖਾਸ ਤੌਰ ਤੇ ਸੱਦਿਆ। ਅੱਛਾ। ਹਾਂ। ਇਹਨਾਂ ਨਾਲ ਅੱਜ ਅਸੀਂ ਗੱਲ ਕਰਨੀ ਆ ਵੀ ਬਾਗਬਾਨੀ ਲਈ ਮਿੱਟੀ ਤੇ ਪੱਤਾ ਪਰਖ ਦੀ ਮਹੱਤਤਾ। ਅੱਛਾ, ਆ ਤਾਂ ਬਹੁਤ ਵਧੀਆ ਗੱਲ ਆ। ਵਧੀਆ ਹੈ ਨਾ, ਬਹੁਤ ਵਧੀਆ ਵਿਸ਼ਾ ਤੁਸੀਂ ਚੁਣਿਆ। ਚੰਗਾ। ਦੇਖੋ ਕਿਸਾਨਾਂ ਦੀ, ਜ਼ਿਮੀਂਦਾਰਾਂ ਨੂੰ ਫਾਇਦਾ ਹੋਣਾ ਚਾਹੀਦਾ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਵੀ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਟੈਲੀਫੋਨ ਕਰਕੇ ਪੁੱਛ ਸਕਦੇ ਆ। ਟੈਲੀਫੋਨ ਨੰਬਰ ਹੈ ਸਾਡਾ 0181 281 42 61 ਤੇ ਦੂਜਾ ਨੰਬਰ ਆ 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਪੁੱਛ ਸਕਦੇ ਆ। ਡਾਕਟਰ ਵਿਕਰਮ ਵਰਮਾ ਜੀ ਸਾਡੇ ਕੋਲ ਮਾਹਰ ਬੈਠੇ ਨੇ, ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ। ਆਪਣਾ ਡਾਕਟਰ ਸਾਹਿਬ ਜੀਓ, ਗੱਲ ਇਹ ਆ ਵੀ ਸਾਨੂੰ ਕੁਝ ਚੀਜ਼ਾਂ ਦਾ ਮੋਟਾ ਪਤਾ ਹੁੰਦਾ ਆ, ਕੁਝ ਸੁਣੀਆਂ ਸੁਣਾਈਆਂ ਵੀ ਗੱਲਾਂ ਹੁੰਦੀਆਂ, ਕੁਝ ਵੱਡਿਆਂ ਤੋਂ ਵੀ ਪਤਾ ਲੱਗਦੀਆਂ। ਜਿਵੇਂ ਸਾਨੂੰ ਸਿਖਾਇਆ ਗਿਆ ਵੀ ਜੇ ਕੋਈ ਇਮਾਰਤ ਬਣਾਉਣੀ ਆ ਤੇ ਉਹਦੀ ਨੀਂਹ ਪਹਿਲੇ ਮਜ਼ਬੂਤ ਰੱਖਣੀ ਪਊ। ਬਿਲਕੁਲ ਜੀ, ਬਿਲਕੁਲ। ਹਾਂ, ਹੈ ਨਾ, ਵੀ ਜੇ ਨੀਂਹ ਮਜ਼ਬੂਤ ਨਹੀਂ ਰੱਖਾਂਗੇ ਤੇ ਇਮਾਰਤ ਬਣ ਤੇ ਜਾਊਗੀ ਪਰ ਉਹ ਢਹਿ ਵੀ ਛੇਤੀ ਜਾਊ। ਹਾਂ, ਹੈ ਨਾ। ਇਸੇ ਤਰ੍ਹਾਂ ਅਸੀਂ ਜਿਹੜੀ ਆ ਖੇਤੀਬਾੜੀ ਕੋਈ ਵੀ ਕਰੀਏ ਉਹਦੇ 'ਚ ਅਸੀਂ ਮਿੱਟੀ ਪਰਖ ਕਰਾਉਂਦੇ ਆ। ਗੱਲ ਕਰਨੀ ਅੱਜ ਖਾਸ ਤੌਰ ਤੇ ਬਾਗਬਾਨੀ ਦੀ, ਹੈ ਨਾ। ਬਾਗਬਾਨੀ 'ਚ ਮਿੱਟੀ ਪਰਖ ਜਿਹੜੀ ਅਸੀਂ ਕਰਾਉਂਦੇ ਆ, ਇਹ ਜ਼ਰੂਰੀ ਕਿਉਂ ਆ? ਹਾਂਜੀ ਮਿੱਠਾ ਸਿੰਘ ਜੀ, ਜਿਵੇਂ ਕਿ ਕਿਹਾ ਜਾਂਦਾ ਵਾ ਕਿ ਜੇ ਕਿਸੇ ਕੰਮ ਦੀ ਆਪਾਂ ਸ਼ੁਰੂਆਤ ਚੰਗੀ ਕਰ ਲਈਏ ਤਾਂ ਉਹ ਅੱਧਾ ਕੰਮ ਆਪਣਾ ਉੱਦਾਂ ਹੀ ਖਤਮ ਹੋ ਜਾਂਦਾ ਹੈ ਜੀ। ਉਸੇ ਤਰੀਕੇ ਨਾਲ ਅਗਰ ਆਪਾਂ ਖੇਤੀ ਦੇ ਵਿੱਚ ਫਸਲ ਲਗਾਉਣ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਾ ਲਈਏ ਤਾਂ ਆਪਣੀਆਂ ਕਈ ਸਮੱਸਿਆਵਾਂ ਆਪਾਂ ਉਹਦੀਆਂ ਹੱਲ ਕੱਢ ਸਕਦੇ ਹਾਂ ਬਹੁਤ ਜਲਦੀ। ਮਿੱਟੀ ਦੀ ਜਿਹੜੀ ਜਾਂਚ ਹੈ ਉਹ ਕਰਾਉਣੀ ਕਈ ਕਾਰਨਾਂ ਕਰਕੇ ਜ਼ਰੂਰੀ ਹੈ। ਜਿਵੇਂ ਕਿ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਵਧਾਉਣ ਵਾਸਤੇ ਇਹ ਜਾਂਚ ਜਿਹੜੀ ਹੈ ਉਹ ਜ਼ਰੂਰੀ ਹੈ। ਇਹਦੇ ਵਿੱਚ ਕਿਉਂਕਿ ਅਸੀਂ ਜੈਵਿਕ ਕਾਰਬਨ ਦੀ ਮਾਤਰਾ ਕੱਢਦੇ ਹਾਂ, ਉਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਖੇਤ ਦਾ ਸਾਡਾ ਜਿਹੜਾ ਉਪਜਾਊ ਸ਼ਕਤੀ ਕਿੰਨੇ ਲੈਵਲ ਤੇ ਹੈ। ਅਗਰ ਘੱਟ ਹੈ ਤਾਂ ਅਸੀਂ ਰੂੜੀ ਖਾਦ ਪਾ ਕੇ ਉਹਨੂੰ ਵਧਾ ਸਕਦੇ ਹਾਂ। ਇਸੇ ਤਰੀਕੇ ਨਾਲ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿਹੜੀ ਹੈ ਉਹਦੀ ਜਾਂਚ ਜ਼ਰੂਰੀ ਹੈ। ਜਿਹੜੇ ਖੁਰਾਕੀ ਤੱਤ ਉਹ ਬਹੁਤ ਜ਼ਰੂਰੀ ਹੈ ਬੂਟੇ ਨੂੰ ਵਾਧੇ ਵਾਸਤੇ। ਤੇ ਉਸ ਤੋਂ ਇਲਾਵਾ ਜਿਹੜੇ ਸਾਇੰਸਦਾਨ ਨੇ ਉਹ ਜਿਹੜੇ ਆਪਣੀਆਂ ਸਿਫਾਰਿਸ਼ਾਂ ਨੇ ਖਾਦਾਂ ਦੀਆਂ, ਉਹ ਮਿੱਟੀ ਦੀ ਪਰਖ ਦੀ ਰਿਪੋਰਟ ਦੇ ਅਨੁਸਾਰ ਕਰਦੇ ਹਨ। ਉਹਨਾਂ ਲਈ ਬੜਾ ਆਸਾਨ ਹੋ ਜਾਂਦਾ ਹੈ ਕਿ ਕਿੰਨੀ ਖਾਦ ਜਿਹੜੀ ਆ ਕਿਸੇ ਬੂਟੇ ਵਾਸਤੇ, ਕਿਸੇ ਫਲ ਵਾਸਤੇ ਜ਼ਰੂਰੀ ਹੈ। ਉਹ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਜਿਹੜੀ ਆ ਲੋੜ ਅਨੁਸਾਰ ਉਹਦੀ ਸਿਫਾਰਿਸ਼ ਕਰ ਦਿੰਦੇ ਆ। ਤੇ ਕਿਸਾਨ ਵੀਰ ਜਿਹੜੇ ਹਨ ਆਪਣੀ ਮਿੱਟੀ ਦੀ ਰਿਪੋਰਟ ਅਨੁਸਾਰ ਲੋੜ ਅਨੁਸਾਰ ਖਾਦਾਂ ਦੀ ਜਿਹੜੀ ਆ ਉਹ ਵਰਤੋਂ ਕਰ ਸਕਦੇ ਹਨ। ਕਿਉਂਕਿ ਜਿਵੇਂ ਕਿ ਤੁਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਦੱਸਿਆ ਹੈ ਕਿ ਸੰਤਾ ਸਿੰਘ ਅਗਰ ਇੰਨੇ ਬੈਗ ਪਾ ਰਿਹਾ ਯੂਰੀਆ ਦੇ ਜਾਂ DAP ਦੇ, ਤੇ ਦੂਜਾ ਕਿਸਾਨ ਉਹ ਵੀ ਕਹਿੰਦਾ ਹੈ ਕਿ ਮੈਂ 2 ਤੋਂ 3 ਬੈਗ ਹੀ ਪਾਊਂਗਾ। ਤਾਂ ਲੋੜ ਅਨੁਸਾਰ ਖਾਦਾਂ ਦੀ ਜਿਹੜੀ ਵਰਤੋਂ ਹੈ ਉਹ ਮਿੱਟੀ ਪਰਖ ਦੀ ਜਾਂਚ ਦੇ ਨਾਲ ਅਸੀਂ ਕਰ ਸਕਦੇ ਹਾਂ। ਤੇ ਅਗਰ ਖਾਦਾਂ ਦੀ ਵਰਤੋਂ ਅਸੀਂ ਲੋੜ ਅਨੁਸਾਰ ਕਰਾਂਗੇ, ਜਿੰਨੀ ਜ਼ਰੂਰਤ ਹੈ ਓਨੀ ਪਾਵਾਂਗੇ, ਤਾਂ ਆਪਣੇ ਜਿਹੜੇ ਖਰਚੇ ਘੱਟ ਹੋਣਗੇ ਤੇ ਆਮਦਨ ਦੇ ਵਿੱਚ ਕਿਸਾਨ ਦਾ ਵਾਧਾ ਹੋਊਗਾ। ਆਪਣਾ ਚੌਹਾਨ ਸਾਹਿਬ ਜੀ ਗੱਲ ਇਹ ਆ ਵੀ ਇਹ ਨਹੀਂਗਾ ਵੀ ਜੇ ਹਲਕਾ ਜਿਹਾ ਢਿੱਡ 'ਚ ਦਰਦ ਹੋਈ ਤੇ ਤਾਪ ਦੀ ਦਵਾਈ ਵੀ ਖਾ ਲਓ, ਖਾਰਿਸ਼ ਦੀ ਦਵਾਈ ਵੀ ਖਾ ਲਓ, ਢਿੱਡ ਪੀੜ ਦੀ ਵੀ ਖਾ ਲਓ, ਵੀ ਕੋਈ ਤੇ ਅਸਰ ਕਰੂਗੀ। ਇਦਾਂ ਨਹੀਂ ਹੁੰਦਾ। ਨਹੀਂ, ਇਦਾਂ ਨਹੀਂ ਹੋਣਾ। ਜੇ ਦਰਦ ਆ ਤੇ ਹਲਕੀ ਜੀ ਡਾਕਟਰ ਦੀ ਸਲਾਹ ਲੈ ਕੇ ਹਲਕੀ ਜੀ ਦਰਦ ਦੀ ਦਵਾਈ ਖਾਣੀ ਚਾਹੀਦੀ ਆ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਖੁਰਾਕੀ ਤੱਤਾਂ ਦੀ ਲੋੜ ਜੇ ਹੈ ਤੇ ਪਾਣੇ ਆ, ਨਹੀਂ ਤੇ ਨਹੀਂ ਪਾਣੇ। ਤੇ ਇਹ ਪਤਾ ਸਾਨੂੰ ਮਿੱਟੀ
ਪਰ ਕਰਾ ਕੇ ਆਪਣੇ ਪਤਾ ਕੀ ਕਰਦੇ, ਪੱਤਾ ਮਾੜਾ ਜਿਹਾ ਪੀਲਾ ਹੋਇਆ, ਚੱਲ ਯੂਰੀਆ, ਉਹ ਆਪਣੇ ਤੇ ਬਹੁਤ ਕੁਝ ਕਰਦੇ ਆ, ਇਸੇ ਕਰਕੇ ਤੇ ਸੱਦਿਆ, ਇਸੇ ਕਰਕੇ ਸੱਦਿਆ। ਬਿਲਕੁਲ। ਅੱਛਾ ਡਾਕਟਰ ਸਾਹਿਬ, ਤੁਸੀਂ ਇਹ ਤਾਂ ਦੱਸਤਾ ਵੀ ਮਿੱਟੀ ਪਰਖ ਕਰਨ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਤੱਤ ਮਿੱਟੀ 'ਚ ਮੌਜੂਦ ਨੇ ਤੇ ਕਿਹੜਿਆਂ ਦੀ ਸਾਨੂੰ ਹੋਰ ਪਾਉਣ ਦੀ ਲੋੜ ਪਊਗੀ, ਕੀ ਉੱਥੇ ਬਾਗ ਲੱਗ ਸਕਦਾ। ਸਾਨੂੰ ਇਹ ਵੀ ਦੱਸੋ ਕਿ ਕਿੰਨੇ ਤੱਤਾਂ ਦੀ ਜਾਂਚ ਤੁਸੀਂ ਕਰਦੇ ਹੋ ਤੇ ਇਹਨਾਂ ਤੱਤਾਂ ਦੀ ਕਿੰਨੀ ਕੁ ਮਹੱਤਤਾ ਬੂਟੇ ਦੇ ਲਈ ਹੈ, ਵੀ ਜੇ ਉਹ ਥੋੜੀ ਬਹੁਤੀ ਘਾਟ ਬਾਤ ਉਹ ਚੱਲ ਜਾਂਦੇ ਆ ਬੂਟੇ। ਚੌਹਾਨ ਸਾਹਿਬ, ਕਿਸਾਨ ਵੀਰਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਕਿਹੜੇ ਕਿਹੜੇ ਤੱਤਾਂ ਦੀ ਅਸੀਂ ਉੱਥੇ ਜਿਹੜੀ ਆ ਟੈਸਟਿੰਗ ਕਰਦੇ ਆ, ਜਾਂਚ ਕਰਦੇ ਆ, ਤੇ ਇਹਨਾਂ ਤੱਤਾਂ ਦੀ ਕੀ ਮਹੱਤਤਾ ਹੈ ਉਹਨਾਂ ਦੇ ਬੂਟਿਆਂ ਲਈ। ਤੇ ਸਾਡੀ ਜਿਹੜੀਆਂ ਬਾਗਬਾਨੀ ਦੀਆਂ ਲੈਬੋਰਟਰੀਆਂ ਨੇ ਉੱਥੇ ਅਸੀਂ pH, ਜਿਹਨੂੰ ਕਿ ਸ਼ੋਰਾ ਕਹਿੰਦੇ ਹਾਂ, EC, ਜਿਹਦੇ ਵਿੱਚ ਕੀ ਆ ਲੂਣੀ ਮਾਦਾ ਮਿੱਟੀ ਦੀ, ਜੈਵਿਕ ਕਾਰਬਨ ਜਿਹੜਾ ਕਿ ਉਪਜਾਊ ਸ਼ਕਤੀ ਜਿਹੜੀ ਆ ਜ਼ਮੀਨ ਦੀ ਉਹ ਦੱਸਦੇ ਹਨ, ਤੇ ਇਹਨਾਂ ਤੋਂ ਇਲਾਵਾ ਜਿਹੜੇ 17 ਜਿਹੜੇ ਜ਼ਰੂਰੀ ਤੱਤ ਨੇ, ਖੁਰਾਕੀ ਤੱਤ, ਉਹ ਸਾਰੇ ਦੇ ਸਾਰੇ ਅਸੀਂ ਉੱਥੇ ਜਾਂਚ ਕਰਦੇ ਹਾਂ। ਜ਼ਰੂਰੀ ਤੱਤਾਂ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 2 ਤਰ੍ਹਾਂ ਦੇ ਹੁੰਦੇ ਹਨ, ਇੱਕ ਵੱਡੇ ਤੱਤ ਤੇ ਇੱਕ ਸੂਖਮ ਤੱਤ, ਜਿਹੜੇ ਛੋਟੇ ਤੱਤ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ। ਜਿਹੜੇ ਵੱਡੇ ਤੱਤ ਨੇ ਉਹਨਾਂ ਦੇ ਵਿੱਚ ਆਪਣੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਇਹ ਤਾਂ ਕਿਸਾਨ ਵੀਰਾਂ ਨੂੰ ਜ਼ਿਆਦਾਤਰ ਪਤਾ ਹੀ ਹੈ ਕਿਉਂਕਿ ਉਹ ਯੂਰੀਆ ਦੇ ਫਾਰਮ ਦੇ ਵਿੱਚ ਨਾਈਟ੍ਰੋਜਨ ਪਾਉਂਦੇ ਆ। ਜੀ ਹਾਂਜੀ, DAP, ਫਾਸਫੋਰਸ ਲਈ DAP ਪਾਉਂਦੇ ਆ, ਅਤੇ ਪੋਟਾਸ਼ ਵਾਸਤੇ ਮਿਊਰੇਟ ਆਫ ਪੋਟਾਸ਼ ਪਾਉਂਦੇ ਆ। ਜ਼ਿਆਦਾਤਰ ਕਿਸਾਨ ਵੀਰ ਇਹਨਾਂ ਤੇ ਹੀ ਜ਼ੋਰ ਦਿੰਦੇ ਹਨ ਤੇ ਇਹ ਵੱਡੇ ਤੱਤਾਂ ਦੇ ਵਿੱਚ ਆਉਂਦੇ ਨੇ। ਇਸ ਤੋਂ ਇਲਾਵਾ ਵੱਡੇ ਤੱਤਾਂ ਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਇਹ ਸਾਰੇ ਜਿਹੜੇ ਆ, ਕਾਰਬਨ, ਹਾਈਡਰੋਜਨ, ਆਕਸੀਜਨ, ਇਹ ਆਉਂਦੇ ਨੇ। ਤੇ ਜਿਹੜੇ ਲਘੂ ਤੱਤ ਨੇ ਉਹਨਾਂ ਵਿੱਚ ਬੋਰੋਨ, ਜ਼ਿੰਕ, ਲੋਹੇ ਦੀ ਘਾਟ, ਜ਼ਿੰਕ ਦੀ ਘਾਟ, ਕਾਪਰ, ਹਾਂਜੀ, ਇਹ ਇਹਨਾਂ ਕਿਸਾਨ ਵੀਰਾਂ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਤੁਹਾਡੇ ਜਿਹੜੇ ਵੱਡੇ ਤੱਤ ਨੇ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਉਹਨਾਂ ਤੋਂ ਇਲਾਵਾ ਤੁਹਾਡੇ ਜਿਹੜੇ ਸੂਖਮ ਤੱਤ ਨੇ ਇਹਨਾਂ ਦਾ ਵੀ ਬਹੁਤ ਮਹੱਤਤਾ ਨੇ ਬੂਟੇ ਦੀ ਗੁਣਵੰਤਾ ਵਧਾਉਣ ਵਾਸਤੇ, ਝਾੜ ਵਧਾਉਣ ਵਾਸਤੇ ਤੇ ਬੂਟੇ ਦੇ ਵਾਧੇ ਵਾਸਤੇ। ਜਿਵੇਂ ਕਿ ਬੋਰੋਨ ਜਿਹੜਾ ਵਾ, ਕਿਸਾਨ ਵੀਰ ਇਹਨਾਂ ਵੱਲ ਧਿਆਨ ਘੱਟ ਦਿੰਦੇ ਨੇ। ਜਿਵੇਂ ਕਿ ਬੋਰੋਨ ਜਿਹੜਾ ਵਾ, ਜਦੋਂ ਫਲ ਤੁਹਾਡਾ ਜਿਹੜਾ ਲੱਗਦਾ ਵਾ, ਉਹਦੀ ਜਿਹੜੀ ਫੁੱਲ ਲੱਗਦੇ ਹਨ, ਫੁੱਲ ਨੂੰ ਲੱਗਣ ਲਈ, ਉਹਦੇ ਵਾਸਤੇ ਫਲਾਵਰਿੰਗ ਲਈ, ਫੁੱਲਾਂ ਲਈ, ਤੇ ਫਰੂਟ ਜਿਹੜਾ ਫਲ ਆ ਉਹਦੀ ਸੈਟਿੰਗ ਵਾਸਤੇ ਬੋਰੋਨ ਦਾ ਜਿਹੜਾ ਤੱਤ ਆ ਬਹੁਤ ਵੱਡਾ ਰੋਲ ਜਿਹੜਾ ਅਦਾ ਕਰਦਾ ਵਾ। ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਜਦੋਂ ਇਹਨਾਂ ਦੀ ਜਦੋਂ ਜ਼ਰੂਰਤ ਹੁੰਦੀ ਆ ਤਾਂ ਉਸ ਵੇਲੇ ਇਹਨਾਂ ਦਾ ਛਿੜਕਾਅ ਕਰਨਾ ਜਾਂ ਮਿੱਟੀ 'ਚ ਪਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਾਹ, ਇਹ ਤਾਂ ਉਹੀ ਤੱਤ ਹੋ ਗਈ ਜਿਹੜੀ ਬੰਦਿਆਂ ਨੂੰ ਲੋੜ ਆ। ਹੁੰਦੇ ਹੀ ਏਦਾਂ ਜੀ, ਉਹ ਲੋਹੇ ਦੀਆਂ ਗੋਲੀਆਂ ਨਹੀਂ ਬੱਚਿਆਂ ਨੂੰ ਦਿੰਦੇ, ਆਇਰਨ ਦੀ ਘਾਟ ਆ ਗਈ। ਹਾਂਜੀ ਹਾਂਜੀ, ਇਦਾਂ ਹੀ ਹੁੰਦਾ। ਇਹਦਾ ਮਤਲਬ ਉਹੀ ਤੱਤ ਜਿਹੜੇ ਬੰਦੇ ਨੂੰ ਚਾਹੀਦੇ ਆ, ਬੂਟੇ ਨੂੰ ਵੀ ਚਾਹੀਦੇ ਆ। ਤੇ ਦੇਖੋ ਮਿੱਟੀ ਦੀ ਜਿਹੜੀ ਗੁਣਵੱਤਾ ਵਧਾਉਣ ਲਈ ਉਹ ਚਾਹੀਦੇ ਆ, ਸਾਡੇ ਅੰਦਰ ਗੁਣਵੱਤਾ ਵਧਾਉਣ ਲਈ ਵੀ ਤੱਤ ਤੇ ਉਹਨਾਂ ਦੀ ਲੋੜ ਆ, ਸਿਰਫ ਸ਼ਕਲ 'ਚ ਫਰਕ ਆ ਉਹਨਾਂ। ਬਿਲਕੁਲ ਬਿਲਕੁਲ ਹੈ ਨਾ, ਜਿਹੜੀ ਅਸੀਂ ਪੌਦੇ ਨੂੰ ਪਾਉਂਦੇ ਉਹ ਵੱਖਰੀ ਆ, ਜਿਹੜੀ ਅਸੀਂ ਖਾਂਦੇ ਆ ਉਹ ਵੱਖਰੀ ਆ। ਇਦਾਂ ਹੈ ਕਿ ਜੇ ਇਹ ਤੱਤ ਮਿੱਟੀ ਦੇ ਵਿੱਚ ਪੂਰੇ ਹੋਣਗੇ, ਉਹ ਮਿੱਟੀ ਤੋਂ ਤੁਹਾਡੇ ਬੂਟੇ ਵਿੱਚ ਜਾਣਗੇ ਤੇ ਬੂਟੇ ਤੋਂ ਤੁਹਾਡੇ ਫਲ ਜਿਹੜਾ ਤੁਸੀਂ ਖਾਣਾ ਵਾ ਉਸ ਫਲ 'ਚ ਆਉਣਗੇ। ਤੇ ਜੇ ਬੋਰੋਨ, ਕੈਲਸ਼ੀਅਮ, ਆਇਰਨ, ਲੋਹਾ, ਜਿਹਨੂੰ ਆਪਾਂ ਕਹਿੰਦੇ ਲੋਹਾ, ਇਹ ਉਹਦੇ ਵਿੱਚ ਹੋਣਗੇ ਤਾਂ ਹੀ ਇਹ ਤੁਹਾਡੇ ਸਰੀਰ ਦੇ ਵਿੱਚ ਜਾਣਗੇ ਉਹ ਫਲ ਦੇ ਖਾਣ ਦੇ ਨਾਲ। ਦੇਖੋ ਰੂਟ ਬਣਿਆ ਪੂਰਾ, ਕੀ ਬਾਤ ਹੈ, ਪੂਰਾ ਰੂਟ ਬਣਿਆ। ਅਸੀਂ ਪਹਿਲੇ ਮਿੱਟੀ ਪਰ ਕਰਾਨੇ ਆ, ਸਾਨੂੰ ਪਤਾ ਲੱਗਦਾ, ਅਸੀਂ ਉਹ ਤੱਤ ਪਾਉਂਦੇ ਆ, ਉਹ ਫਰੂਟ ਦਾ ਜਿਹੜਾ ਵਿੱਚ ਆਉਂਦਾ ਤੇ ਉਹ ਸਾਡੇ ਅੰਦਰ ਖਾਂਦੇ ਆ, ਉਹ ਫਿਰ ਅੰਦਰ ਜਾਂਦਾ। ਅੱਛਾ ਡਾਕਟਰ ਸਾਹਿਬ, ਗੱਲ ਇਹ ਹੁੰਦੀ ਆ ਕਿ ਕਹਾਵਤ ਆ ਇੱਕ ਵੀ ਸੁਰਮਾ ਪਾਉਂਦੇ ਤੇ ਸਾਰੇ ਹੀ ਆ, ਮਟਕਾਉਂਦਾ ਕੋਈ ਕੋਈ ਆ, ਹੈ ਨਾ। ਤੇ ਸੈਂਪਲ ਜਿਹੜਾ ਤੁਸੀਂ ਆਉਂਦੇ ਆ ਵੀ ਮਿੱਟੀ ਟੈਸਟ ਕਰਾਣੀ ਆ, ਇਹ ਇਦਾਂ ਤੇ ਨਹੀਂਗਾ ਵੀ ਮਿੱਟੀ ਦੀ ਬੁੱਕ ਭਰੀਏ ਤੇ ਤੁਹਾਡੀ ਲੈਬੋਰਟਰੀ 'ਚ ਭੇਜ ਦਈਏ ਵੀ ਆ ਲਓ ਜੀ ਮਿੱਟੀ ਟੈਸਟ ਕਰਾ ਦਿਓ, ਜਾਂ ਕੋਈ ਖਾਸ ਤਰੀਕਾ ਹੁੰਦਾ ਇਹਦਾ ਸੈਂਪਲ ਲੈਣ ਦਾ? ਹਾਂਜੀ, ਇਹਦਾ ਇੱਕ ਖਾਸ ਤਰੀਕਾ ਹੈ। ਜੇ ਤੁਸੀਂ ਨਵਾਂ ਬਾਗ ਲਗਾਉਣਾ ਹੈ, ਜੇ ਆਪਣੇ ਕਿਸਾਨ ਵੀਰ ਜਿਹੜੇ ਬਾਗਬਾਨੀ ਕਰਨਾ ਚਾਹੁੰਦੇ ਨੇ, ਅਗਰ ਉਹ ਨਵਾਂ ਬਾਗ ਲਗਾਉਣਾ ਤਾਂ ਉਹਦੇ ਲਈ 6 ਫੁੱਟ ਡੂੰਘਾ ਜਿਹੜਾ ਟੋਆ ਮਾਰ ਕੇ ਉਹਦੇ ਵਿੱਚੋਂ ਅਲੱਗ-ਅਲੱਗ ਉਹਦੀ ਲੇਅਰ ਦੇ ਵਿੱਚੋਂ 6 ਫੁੱਟ ਪਹਿਲਾਂ ਡੂੰਘਾ ਟੋਆ ਮਾਰ ਲੈਣਾ। ਉਸ ਤੋਂ ਬਾਅਦ ਉੱਪਰੋਂ ਜਿਹੜੀ ਆ ਸਤਹ ਤੋਂ 0 ਤੋਂ 6 ਇੰਚ ਦਾ ਪਹਿਲਾ ਸੈਂਪਲ ਲੈਣਾ ਜੀ, ਫਿਰ 6 ਇੰਚ ਤੋਂ 1 ਫੁੱਟ ਤੱਕ ਦਾ ਅਲੱਗ ਸੈਂਪਲ ਲੈਣਾ, ਫਿਰ 1 ਫੁੱਟ ਤੋਂ 2 ਫੁੱਟ ਦਾ ਅਲੱਗ ਸੈਂਪਲ ਲੈਣਾ, ਫਿਰ 2 ਫੁੱਟ ਤੋਂ 3 ਫੁੱਟ ਦਾ, ਫਿਰ 3 ਫੁੱਟ ਤੋਂ 4 ਫੁੱਟ ਦਾ, 4 ਤੋਂ 5 ਫੁੱਟ, 5 ਤੋਂ 6 ਫੁੱਟ ਦਾ। ਇਦਾਂ ਅਲੱਗ-ਅਲੱਗ ਤੁਸੀਂ ਸੈਂਪਲ ਲੈਣੇ ਤੇ ਟੋਟਲ ਤੁਹਾਡੇ ਕੋਲੇ ਅਖੀਰ ਵਿੱਚ 7 ਸੈਂਪਲ ਬਣਨਗੇ ਜੀ। ਮਤਲਬ ਪਹਿਲੇ 1 ਫੁੱਟ 'ਚ 2 ਸੈਂਪਲ ਆ, ਹਾਂਜੀ, ਬਾਕੀ ਜਿਹੜਾ ਉਹ ਫੁੱਟ ਦੇ ਇੱਕ ਹੀ ਆ, ਤੇ ਟੋਟਲ ਤੁਹਾਡੇ ਕੋਲ 7 ਸੈਂਪਲ ਬਣ ਜਾਣਗੇ। ਤੇ ਉਸ ਤੋਂ ਬਾਅਦ ਤੁਸੀਂ ਜਿਵੇਂ-ਜਿਵੇਂ ਉਹ ਸੈਂਪਲ ਲਈ ਜਾਓਗੇ ਉਹਨਾਂ ਨੂੰ ਤੁਸੀਂ ਅਲੱਗ-ਅਲੱਗ ਲਿਫਾਫੇ ਵਿੱਚ ਪਾ ਕੇ ਮਾਰਕਰ ਦੇ ਨਾਲ ਨਿਸ਼ਾਨੀ ਵੀ ਲਗਾਣੀ ਹੈ। ਹਾਂ, ਬਹੁਤ ਜ਼ਰੂਰੀ ਆ। 1 2 3 4 5 6 7 ਨੰਬਰ ਰੱਖ ਲਓ।
ਕਿਤੇ 7 ਵਾਲੇ ਤੇ 1 ਨਾ ਲਿਖ ਨਾ ਦਿਓ। ਨਾ ਨਾ, ਜਦੋਂ ਪੁੱਟਿਆ ਉਦੋਂ ਹੀ ਰੱਖ ਲਓ। ਹਾਂ ਜਦੋਂ ਪਾਈ ਨਾਲ ਲਿਫਾਫੇ 'ਚ ਉਹਦੇ ਤੇ ਨੰਬਰ ਲਿਖ ਲਓ। ਨਾਲ ਦੀ ਨਾਲ ਤੁਸੀਂ ਲਿਖੀ ਚੱਲੋ ਵੀ ਇਹ 0 ਤੋਂ 6 ਇੰਚ ਦਾ ਸੈਂਪਲ ਹੈ ਤੁਹਾਡਾ, ਜੀ ਜੀ ਤੇ ਇਹ ਤੁਹਾਡਾ 6 ਇੰਚ ਤੋਂ 1 ਫੁੱਟ ਦਾ, 1 ਫੁੱਟ ਤੋਂ 2 ਫੁੱਟ ਦਾ, ਤਾਂ ਜੀ, ਕਿ ਜੀ। ਤੁਹਾਨੂੰ ਪਤਾ ਹੋਵੇ ਵੀ ਇਹ ਕਿਹੜਾ ਕਿਹੜਾ। ਜੀ। ਇਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਇਹ ਸੈਂਪਲ ਸਾਡੇ ਕੋਲੇ ਲੈਬੋਰੇਟਰੀ 'ਚ ਲੈ ਕੇ ਆਉਂਦੇ ਹੋ ਤਾਂ ਅਸੀਂ ਉਹਦੇ ਵਿੱਚ ਕੈਲਸ਼ੀਅਮ ਕਾਰਬੋਨੇਟ, pH ਉਹਦਾ ਸ਼ੋਰਾ ਜਿਹੜਾ ਵਾ, ਉਹਦੇ 'ਚ ਲੂਣੀ ਮਾਦਾ, ਇਲੈਕਟ੍ਰੀਕਲ ਕੰਡਕਟਿਵਿਟੀ ਤੇ ਬਾਕੀ ਦੇ ਜਿਹੜੇ ਸਾਰੇ ਤੱਤ ਮੈਂ ਤੁਹਾਨੂੰ ਪਹਿਲਾਂ ਦੱਸੇ ਉਹ ਸਾਰੇ ਅਸੀਂ ਕੱਢਦੇ ਹਾਂ। ਤੇ ਉਹ ਤੋਂ ਸਾਨੂੰ ਇਹ ਪਤਾ ਚੱਲਦਾ ਵਾ ਕਿ ਕਿਹੜੀ ਕਿਸਮ ਦਾ ਫਲ ਦਾ ਬਾਗ ਜਿਹੜਾ ਵਾ ਤੁਹਾਡੀ ਜ਼ਮੀਨ ਵਾਸਤੇ ਢੁਕਵਾਂ ਹੈ। ਢੁਕਵਾਂ ਆ ਵੀ ਜੇ ਆੜੂ ਲੱਗਣਾ ਤੇ ਉਹ ਤੇ ਅੰਬ ਨਹੀਂ ਲਾਣਾ ਫਿਰ। ਹਾਂਜੀ ਆ ਵੀ ਜਿਹੜਾ ਫਲ ਜ਼ਿਆਦਾ ਦਿੰਦਾ ਸੀ ਤੇ ਉਹ ਲਾਣਾ ਹੈ ਨਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆੜੂ ਜੇ ਲੱਗਦਾ ਤਾਂ ਅੰਬ ਨਹੀਂ ਲਾਣਾ, ਬਿਲਕੁਲ ਸਹੀ ਤੁਸੀਂ ਇਹ ਕਿਹਾ ਵਾ। ਆੜੂ ਹੋ ਗਿਆ, ਨਿੰਬੂ ਜਾਤੀ ਦੇ ਜਿਵੇਂ ਫਲ ਹੋ ਗਏ, ਇਹਨਾਂ ਵਾਸਤੇ ਕੈਲਸ਼ੀਅਮ ਕਾਰਬੋਨੇਟ ਜਿਹੜਾ ਵਾ ਨੀਚੇ ਜਿਹਨੂੰ ਆਪਾਂ ਰੋਡ ਕਹਿੰਦੇ ਆ, ਉਹਦੀ ਮਾਤਰਾ 5% ਤੋਂ ਘੱਟ ਹੋਣੀ ਚਾਹੀਦੀ ਹੈ। ਅਗਰ ਤੁਸੀਂ ਉਹ ਤੁਹਾਡੀ ਜ਼ਮੀਨ ਦੇ ਵਿੱਚ 5% ਤੋਂ ਘੱਟ ਹੈ, pH ਤੁਹਾਡੀ 8 ਤੋਂ ਨੀਚੇ ਹੈ ਅਤੇ ਤੁਹਾਡਾ ਲੂਣੀ ਮਾਦਾ ਜਿਹੜਾ ਇਲੈਕਟ੍ਰੀਕਲ ਕੰਡਕਟਿਵਿਟੀ ਉਹ 0.50 ਤੋਂ ਨੀਚੇ ਹੈ, ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਉੱਥੇ ਆੜੂ ਵੀ ਲਗਾ ਸਕਦੇ ਹੋ ਤੇ ਨਿੰਬੂ ਜਾਤੀ ਦੇ ਫਲ ਲਗਾ ਸਕਦੇ ਹੋ, ਕੋਈ ਵੀ ਲਾ ਸਕਦੇ। ਡਾਕਟਰ ਸਾਹਿਬ ਤੁਸੀਂ ਵਿੱਚ ਗੱਲ ਕੀਤੀ ਹੈ ਰੋਡ ਦੀ, ਹਾਂਜੀ, ਹੈ ਨਾ। ਕਈ ਵਾਰੀ ਅਸੀਂ ਜਦੋਂ ਟੋਇਆ ਪੁੱਟਦੇ ਆ ਆਪਾਂ ਕਈ ਵਾਰੀ ਪਰੇ ਕਰ ਦਿੰਦੇ ਹਾਂ, ਵੈਸੇ ਵੀ ਟੋਇਆ ਪੁੱਟੀਏ ਤੇ ਕਈ ਵਾਰੀ ਪੱਥਰ ਆ ਹੀ ਜਾਂਦੇ ਆ, ਹੈ ਨਾ। ਤੇ ਉਹ ਜਿਹੜੀ ਮਿੱਟੀ ਆ ਉਹਨੂੰ ਛਾਨਣਾ ਲਾ ਕੇ ਲਿਆਣਾ ਕਿ ਉਦਾਂ ਹੀ ਲੈ ਕੇ ਆਣੀ? ਨਹੀਂ ਜੀ, ਉਹ ਤੁਸੀਂ ਛਾਨਣਾ ਨਹੀਂ ਲਗਾਉਣਾ, ਉਹ ਤੁਸੀਂ ਉਦਾਂ ਹੀ ਰੋਡ ਉਹਦੇ ਵਿੱਚ ਅਗਰ ਆ ਰਹੇ ਆ ਤਾਂ ਨਾਲ ਆਣੇ ਉਹਦੇ ਵਿੱਚ ਜ਼ਰੂਰੀ ਹੈ ਸੈਂਪਲ ਦੇ ਵਿੱਚ, ਉਹਨਾਂ ਨੂੰ ਤੁਸੀਂ ਛਾਨਣਾ ਨਹੀਂ ਲਗਾਉਣਾ। ਬਹੁਤ ਚੰਗੀ ਗੱਲ ਦੱਸੀ ਹੈ ਇਹਨਾਂ ਨੇ। ਨਹੀਂ ਤਾਂ ਮੇਰੇ ਵਰਗਾ ਆਂਦਾ ਪੱਥਰ ਕਾਹਦੇ ਲਈ ਪਾਣੇ ਆ, ਪਰੇ ਕੱਢ ਦਿੰਨੇ ਆਪਾਂ ਵੀ ਇਹਨੂੰ ਪਰੇ ਸਿੱਟ ਦਈਏ। ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਨਿੰਬੂ ਜਾਤੀ ਦੇ ਬਾਗ ਜਾਂ ਆੜੂ, ਉਹ ਅਗਰ ਪਥਰੀਲੀ ਜ਼ਮੀਨ ਹੈ ਤਾਂ ਉਹਦੇ ਵਿੱਚ ਉਹਨਾਂ ਦਾ ਚੱਲਣਾ ਬਹੁਤ ਮੁਸ਼ਕਲ ਆ। ਸਹੀ ਗੱਲ ਹੈ। ਤੇ ਉਹਦੀ ਜਗ੍ਹਾ ਤੇ ਫਿਰ ਤੁਸੀਂ ਅਮਰੂਦ ਜਾਂ ਨਾਖ ਜਾਂ ਕੋਈ ਇਦਾਂ ਦਾ ਤੁਸੀਂ ਜੋ ਸਿਫਾਰਿਸ਼ ਕਰੋਗੇ ਅਸੀਂ ਤੇ ਉਹੀ ਲਾਵਾਂਗੇ ਨਾ। ਹਾਂ ਸਿੱਧੀ ਜੀ ਗੱਲ ਹੈ। ਬਿਲਕੁਲ। ਕੋਈ ਇਹ ਤਾਂ ਪੁੱਛ ਲਓ ਡਾਕਟਰ ਸਾਹਿਬ ਨੂੰ, ਪੁੱਛੋ ਪੈਸੇ ਪੂਸੇ ਕਿੰਨੇ ਕ ਲੱਗਦੇ ਇਹਦੇ? ਕਿਤੇ ਆ ਸਿਆਣੀ ਗੱਲ ਵੀ ਕਰਦੇ ਆ, ਪੈਸਿਆਂ ਦੀ ਗੱਲ ਚੌਹਾਨ ਸਾਹਿਬ ਨੇ ਜ਼ਰੂਰ ਕਰਨੀ ਹੁੰਦੀ ਆ ਵੀ ਇਹਦੀ ਫਿਰ ਕੋਈ ਫੀਸ ਵੀ ਹੈਗੀ ਆ? ਹਾਂਜੀ ਬਿਲਕੁਲ ਜੀ, ਇਹਦੀ ਫੀਸ ਹੈਗੀ ਆ। ਜਿਹੜੇ ਤਾਂ ਨਵੇਂ ਬਾਗ ਲਗਾਉਣ ਲਈ ਜਿਹੜੇ ਅਸੀਂ ਪ੍ਰੋਫਾਈਲ ਪੂਰੀ ਟੈਸਟ ਕਰਦੇ ਆ ਸੋਇਲ ਦੀ, ਜਿਹੜੀ ਅਸੀਂ ਦੱਸੀ ਹੈ ਤੁਹਾਨੂੰ, ਉਹਦਾ ਅਸੀਂ 500 ਰੁਪਇਆ ਚਾਰਜ ਕਰਦੇ ਆ। ਅੱਛਾ ਅੱਛਾ, ਪਤਾ ਲੱਗ ਗਿਆ ਨਾ ਹੁਣ, ਡਰਨਾ ਨਹੀਂ, ਜੇਬ 'ਚ ਲੈ ਕੇ ਜਾਈਏ ਨਾ। ਹਾਂ ਬਿਲਕੁਲ, ਇੰਨੇ ਕੋ ਤੇ ਹੁੰਦੇ ਹੀ ਆ ਖੀਸੇ 'ਚ। ਹਾਂ ਚਲੋ 500 ਰੁਪਇਆ ਲੱਗਦਾ ਨਾ। ਹੋਰ ਵੀ ਕੋਈ ਫਰਕ ਹੈ ਜੀ? ਇਹ ਤਾਂ ਥਾ ਵੀ ਵੱਖ-ਵੱਖ ਟੈਸਟ ਦੀ ਵੱਖ-ਵੱਖ 250 ਵਾਲਾ ਨਹੀਂ ਹੈਗਾ ਜੀ? ਇਦਾਂ ਨਹੀਂ ਜੀ, ਇਹਦੇ ਵਿੱਚ ਇਦਾਂ ਵਾ ਕਿ ਇਹਦੇ ਪ੍ਰੋਫਾਈਲ ਦਾ ਜਿਹੜਾ ਮਿੱਟੀ ਦਾ ਹੈਗਾ ਵਾ ਉਹਦਾ ਅਸੀਂ 500 ਰੁਪਇਆ ਪੂਰਾ ਲੈਂਦੇ ਆ, ਅਤੇ ਉਸ ਤੋਂ ਇਲਾਵਾ ਅਗਰ ਤੁਸੀਂ ਪੱਤੇ ਲੈ ਕੇ ਆਉਂਦੇ ਹੋ ਸਾਡੇ ਕੋਲੇ ਟੈਸਟ ਕਰਾਉਣ ਲਈ, ਉਹਦਾ ਅਸੀਂ ਪਰ ਸੈਂਪਲ ਜਿਹੜਾ ਇੱਕ ਸੈਂਪਲ ਦਾ 300 ਰੁਪਇਆ ਚਾਰਜ ਕਰਦੇ ਆ। ਲੈ ਡਾਕਟਰ ਸਾਹਿਬ ਨੇ ਪੱਤੇ ਪਰਖ ਦੀ ਗੱਲ ਕੀਤੀ, ਮੈਨੂੰ ਆ ਗਿਆ ਯਾਦ। ਤੇ ਚਲੋ ਪੁੱਛੋ ਫਿਰ, ਪੁੱਛੋ। ਇਹ ਪੱਤਾ ਪਰਖ ਕੀ ਹੈ? ਤੁਸੀਂ ਆ ਹੁਣ ਗੱਲ ਕਰਤੀ ਨਾ ਵਿੱਚ ਪੱਤਾ ਪਰਖ ਦੀ, ਤੇ ਇਹ ਬੂਟਿਆਂ ਲਈ, ਬਾਗਬਾਨੀ ਲਈ ਕਿੰਨੀ ਕਿ ਇਹਦੀ ਮਹੱਤਤਾ ਆ? ਹਾਂਜੀ ਚੌਹਾਨ ਸਾਹਿਬ, ਇਹ ਬਹੁਤ ਜ਼ਰੂਰੀ ਆ। ਦੇਖੋ ਪਹਿਲਾਂ ਪੁਰਾਣੇ ਟਾਈਮ ਤੇ ਜਿਹੜੇ ਖੇਤੀ ਹੁੰਦੀ ਸੀਗੀ ਉਦੋਂ ਵੀ ਲੈਬੋਰਟਰੀਆਂ ਸੀਗੀਆਂ, ਉਦੋਂ ਵੀ ਟੈਸਟਿੰਗ ਹੁੰਦੀ ਸੀ, ਪਰੰਤੂ ਉਦੋਂ ਜਿਹੜਾ ਵਾ ਕੱਲੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਸੀ, ਉਹਦੇ ਵਿੱਚ ਵੀ ਸਿਰਫ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਜਾਂ PHEC ਕੱਢਿਆ ਜਾਂਦਾ ਸੀ। ਬਿਲਕੁਲ ਜੀ ਬਿਲਕੁਲ। ਪਰੰਤੂ ਜਿਹੜੀਆਂ ਸਾਡੀਆਂ ਬਾਗਬਾਨੀ ਦੀਆਂ ਲੈਬੋਰਟਰੀਆਂ ਨੇ ਇਹਨਾਂ ਦੇ ਵਿੱਚ ਅਸੀਂ ਪੱਤੇ ਵੀ ਟੈਸਟ ਕਰਦੇ ਹਾਂ। ਪੱਤੇ ਟੈਸਟ ਕਰਨ ਦੀ ਮਹੱਤਤਾ ਇਹ ਹੈ ਕਿ ਜਿਸ ਸਮੇਂ ਜਦੋਂ ਤੁਹਾਡਾ ਬਾਗ ਤੁਸੀਂ ਲਗਾਇਆ ਹੈ, ਬਾਗ ਲਗਾਉਣ ਤੋਂ ਬਾਅਦ ਜਿਵੇਂ ਅਸੀਂ ਨਿੰਬੂ ਜਾਤੀ ਦੀ ਜਾਂ ਅਮਰੂਦ ਦੀ ਕਿਸੇ ਦੀ ਵੀ ਗੱਲ ਕਰੀਏ ਫਲ ਦੀ, ਫਲ ਜਦੋਂ ਉਹਦਾ ਫਟਾਰਾ ਆਉਂਦਾ, ਫਟਾਰਾ ਆਉਣ ਤੋਂ ਪਹਿਲਾਂ ਅਸੀਂ ਮਿੱਟੀ ਦੀ ਜਾਂਚ ਕਰਦੇ ਹਾਂ, ਤਾਂ ਕਿ ਅਸੀਂ ਉਹਦੀ ਜਾਂਚ ਦੀ ਰਿਪੋਰਟ ਦੇ ਆਧਾਰ ਤੇ ਅਸੀਂ ਉਹਦੇ 'ਚ ਖਾਦਾਂ ਪਾ ਸਕੀਏ, ਤਾਂ ਕਿ ਜਦੋਂ ਨਵਾਂ ਫਟਾਰਾ ਆਵੇ ਤਾਂ ਬੂਟੇ ਨੂੰ ਤਾਕਤ ਮਿਲੇ ਜੀ। ਫਟਾਰਾ ਆਉਣ ਤੋਂ ਬਾਅਦ ਜਦੋਂ ਉਹਦਾ ਫੁੱਲ ਆਉਂਦੇ ਨੇ ਤੇ ਫਰੂਟ ਸੈੱਟ ਹੁੰਦਾ, ਉਦੋਂ ਅਸੀਂ ਫੇਰ ਖਾਦ ਪਾਉਂਦੇ ਹਾਂ ਜ਼ਮੀਨ 'ਚ, ਤੇ ਉਸ ਤੋਂ ਬਾਅਦ ਜਦੋਂ ਫਰੂਟ ਲੱਗ ਜਾਂਦਾ ਵਾ, ਉਸ ਤੋਂ ਬਾਅਦ ਉਹਦੀ ਗੁਣਵੰਤਾ ਵਧਾਉਣ ਲਈ, ਉਹਦਾ ਸਾਈਜ਼, ਉਹਦਾ ਜਿਹੜਾ ਝਾੜ ਵਧਾਉਣ ਲਈ, ਸਾਈਜ਼ ਵਧਾਉਣ ਲਈ, ਗੁਣਵੰਤਾ ਵਧਾਉਣ ਲਈ ਸਾਨੂੰ ਇਹ ਜ਼ਰੂਰੀ ਹੁੰਦਾ ਵਾ ਦੇਖਣਾ ਕਿ ਤੁਹਾਡੇ ਪੱਤੇ ਦੇ ਵਿੱਚ ਜੋ ਤੁਸੀਂ ਥੱਲੇ ਖਾਦ ਪਾਈ ਹੈ ਉਹ ਜੜਾਂ ਦੇ ਥਰੂ, ਤੁਹਾਡੇ ਜਿਹੜੇ ਤਣੇ ਦੇ ਥਰੂ ਪੱਤੇ ਤੱਕ ਪਹੁੰਚੇ ਆ, ਬੂਟੇ 'ਚ ਆ ਗਈ ਕਿ ਨਾ। ਕਿਉਂਕਿ ਅਗਰ ਪੱਤੇ 'ਚ ਉਹ ਹੋਣਗੇ ਤਾਂ ਹੀ ਉਹ ਤੁਹਾਡੇ ਫਲ ਤੱਕ ਪਹੁੰਚਣਗੇ, ਔਰ ਤੁਹਾਡੇ ਫਲ ਦੀ ਗੁਣਵੰਤਾ ਵਧੂਗੀ, ਉਹਦਾ ਜਿਹੜਾ ਝਾੜ ਵਧੂਗਾ, ਤੇ ਉਨਾ ਹੀ ਤੁਹਾਨੂੰ ਮੁਨਾਫਾ ਜਿਹੜਾ ਵਾ ਉਹ ਵੱਧ ਮਿਲੂਗਾ ਤੁਹਾਡੇ ਬਾਗ 'ਚੋਂ। ਬਿਲਕੁਲ ਬਿਲਕੁਲ। ਦੇਖੋ ਮੁਨਾਫਾ ਲੈਣ ਲਈ ਤੇ ਅਸੀਂ ਸਾਰਾ ਕੁਝ ਕਰਨਾ ਹੈ ਨਾ, ਤੇ ਆਂਦੇ ਹੁੰਦੇ ਆ ਵੀ ਇਹ ਖਰਚੇ ਜਿਹੜੇ ਆ ਜੇ ਘਟਾਵਾਂਗੇ ਤੇ ਸਾਡੀ ਆਮਦਨ ਵਧੂ। ਬਿਲਕੁਲ, ਖਰਚਾ ਘੱਟ ਕਰਨਾ ਹੀ ਸਾਡੀ ਪਹਿਲੀ ਆਮਦਨ ਆ। ਹਾਂ ਹਾਂਜੀ, ਹੈ ਨਾ। ਜੇ ਅਸੀਂ ਖਰਚਾ ਕਰੀ ਜਾਂਦੇ ਫਿਰ ਦੂਜੇ ਸਾਡੇ 'ਚ ਇੱਕ ਹੋਰ ਨੁਕਸ ਆ ਚੌਹਾਨ ਸਾਹਿਬ। ਹਾਂਜੀ, ਅਸੀਂ ਖਰਚਾ ਕਰ ਤੇ ਲੈਨੇ ਆ, ਹਿਸਾਬ ਨਹੀਂ ਰੱਖਦੇ।
ਨਾ ਜੀ ਹਿਸਾਬ ਨਹੀਂ ਰੱਖਦੇ ਤੇ ਕਈ ਵਾਰੀ ਉਹ ਜ਼ਿਆਦਾ ਮਹਿੰਗਾ ਪਿਆ ਜਾਂਦਾ। ਤੇ ਜੇ ਅਸੀਂ ਆ ਮਿੱਟੀ ਪਰਖ ਕਰਾਵਾਂਗੇ, ਜਿਵੇਂ ਆਪਣਾ ਡਾਕਟਰ ਸਾਹਿਬ ਨੇ ਦੱਸਿਆ ਵੀ ਪੱਤਾ ਪਰਖ ਵੀ ਕਰਾਵਾਂਗੇ, ਸਾਡੇ ਉਹਨੇ ਖਰਚੇ ਘਟਦੇ। ਅੱਛਾ, ਇਹਦਾ ਮਤਲਬ ਇਹ ਹੋ ਗਿਆ ਚੌਹਾਨ ਸਾਹਿਬ ਜੀ ਕਿ ਇੱਕ ਵਾਰੀ ਅਸੀਂ ਪਹਿਲਾਂ ਮਿੱਟੀ ਪਰਖ ਕਰਾ ਲਈ ਜਦੋਂ ਬਾਗ ਲਾਉਣਾ, ਇੱਕ ਵਾਰੀ ਬਾਅਦ ਚ ਪੱਤਾ ਪਰਖ ਕਰਾਣੀ ਆ। ਮਤਲਬ ਇਹ ਪਰਖ ਦੋਵੇਂ ਲਾਜ਼ਮੀ ਆ, ਪਹਿਲਾਂ ਵੀ ਤੇ ਬਾਅਦ ਚੋਂ। ਅੱਛਾ, ਜਿਵੇਂ ਤੁਸੀਂ ਦੱਸਿਆ ਆ ਸਾਨੂੰ ਟੋਇਆ ਪੁੱਟ ਕੇ ਅਸੀਂ ਮਿੱਟੀ ਲੈ ਕੇ ਜਾਣੀ ਆ, ਪਰ ਹੁਣ ਗੱਲ ਇਹ ਵੀ ਟੋਏ ਤੇ ਅਸੀਂ ਬਹੁਤ ਪੁੱਟੇ ਹੁੰਦੇ, ਉੱਥੇ ਹਰ ਜਗ੍ਹਾ ਤੇ ਬੂਟਾ ਲੱਗ ਜਾਂਦਾ, ਪੱਤਾ ਵੀ ਬਹੁਤ ਜ਼ਿਆਦਾ ਲੱਗ ਜਾਂਦਾ ਉਹਨੂੰ। ਉਹ ਕੀ ਉਹਦਾ ਕੀ ਤਰੀਕਾ ਸੈਂਪਲ ਲੈਣ ਦਾ? ਫਿਰ ਉਹ ਕਿਹੜੇ ਪੱਤੇ ਆ ਜਿਹੜੇ ਅਸੀਂ ਤੁਹਾਡੇ ਕੋਲ ਭੇਜਨੇ ਆ ਕਿ ਜਿਹੜੇ ਮਰਜ਼ੀ ਤੋੜ ਕੇ ਭੇਜ ਦਈਏ? ਆਹ ਗੱਲ ਵਧੀਆ ਕੀਤੀ ਹੈ ਜੀ ਤੁਸੀਂ, ਹੈ ਨਾ? ਹਾਂ ਹਾਂਜੀ, ਪੱਤਾ ਪਰਖ ਵਾਸਤੇ ਜਿਹੜਾ ਵਾ ਅਲੱਗ-ਅਲੱਗ ਸਮਾਂ ਵਾ, ਅਲੱਗ-ਅਲੱਗ ਫਲ ਵਾਸਤੇ, ਫਲ ਦੇ ਬਾਗ ਲਈ। ਜਿਵੇਂ ਕਿ ਨਿੰਬੂ ਜਾਤੀ ਦਾ ਜਿਹੜਾ ਪੱਤੇ ਹੈਗੇ ਆ, ਉਹ ਤੁਸੀਂ ਜਦੋਂ ਉਹ ਪੱਤਾ 5 ਤੋਂ 7 ਮਹੀਨੇ ਦਾ ਪੁਰਾਣਾ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ, ਇਹਦਾ ਜਿਹੜਾ ਸਹੀ ਸਮਾਂ ਵਾ ਪੱਤੇ ਟੈਸਟ ਕਰਵਾਉਣ ਦਾ ਨਿੰਬੂ ਜਾਤੀ ਲਈ, ਉਹ ਜੁਲਾਈ ਤੋਂ ਅਕਤੂਬਰ ਹੈ। ਅਤੇ ਤੁਸੀਂ ਫਲ ਦੇ ਜਿਹੜੇ ਤੁਹਾਡਾ ਫਲ ਲੱਗਿਆ ਵਾ, ਉਸ ਤੋਂ ਪਿਛਲਾ ਦੂਜਾ ਜਾਂ ਤੀਸਰਾ ਪੱਤਾ ਤੁਸੀਂ ਤੋੜਨਾ ਵਾ ਨਿੰਬੂ ਜਾਤੀ ਵਾਸਤੇ। ਅੱਛਾ, ਨਾ ਫਲ ਦੇ ਉੱਪਰੋਂ ਤੇ ਨਾ ਉਹਦੇ ਨਾਲ ਦਾ, ਥੱਲੜੇ ਤੋੜਨੀ ਆ। ਜਿਹੜਾ ਫਲ ਲੱਗਿਆ ਉਹ ਤੋਂ ਪਿੱਛੇ ਜਿਹੜਾ ਪਿਛਲੇ ਪਾਸੇ ਜਿਹੜਾ ਦੂਸਰਾ ਤੇ ਤੀਸਰਾ ਪੱਤਾ, ਉਹ ਤੁਸੀਂ ਤੋੜਨਾ। ਇੱਕ ਬੂਟੇ ਤੋਂ ਤੁਸੀਂ 2 ਜਾਂ 3 ਪੱਤੇ ਤੋੜਨੇ ਹਨ। ਅੱਛਾ, ਅਤੇ ਟੋਟਲ ਜਿਹੜੇ ਤੁਹਾਡੇ ਬੂਟੇ ਹਨ, ਉਹ ਤੁਸੀਂ ਜਿਗ ਜੈਗ ਆਪਣੇ ਤਰੀਕੇ ਦੇ ਨਾਲ ਸਿੱਧਾ ਨਹੀਂ। ਹਾਂਜੀ, ਜਿਹੜੇ ਬੂਟੇ ਰਸਤੇ ਚ ਆਉਣਗੇ ਉਹਦੇ ਸਾਰੇ ਤੁਸੀਂ ਪੱਤੇ ਤੋੜਨੇ ਹਨ। ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਇਹਨਾਂ ਪੱਤਿਆਂ ਨੂੰ ਲਿਫਾਫੇ ਚ ਪਾਣਾ ਹੈ, ਤੇ ਉਹ ਜਲਦੀ ਤੋਂ ਜਲਦੀ ਕੋਸ਼ਿਸ਼ ਕਰਨੀ ਹੈ ਕਿ ਲੈਬੋਰੇਟਰੀ ਦੇ ਵਿੱਚ ਉਹ ਤੁਸੀਂ ਪਹੁੰਚਾਏ ਨਾ ਹੋਵੇ, ਪਈ ਸੁੱਕ ਨਾ ਜਾਣ ਕਰੇ। ਜੇ ਕਿਸੇ ਕਾਰਨਵਸ਼ ਕਿਸਾਨ ਵੀਰ ਆਪਣੇ ਉੱਥੇ ਪਹੁੰਚਾਉਣ ਦੇ ਵਿੱਚ ਨਹੀਂ ਸਮਰਥ ਹੋ ਰਹੇ, ਤਾਂ ਉਹਦੇ ਵਿੱਚ ਬਰਫ਼ ਜਿਹੜੀ ਵਿੱਚ ਰੱਖ ਕੇ ਤਾਂ ਉਹ ਪੱਤਿਆਂ ਦੇ ਸੈਂਪਲ ਨੂੰ ਲੈ ਕੇ ਆਉਣ, ਤਾਂ ਕਿ ਉਹ ਖਰਾਬ ਨਾ ਹੋਵੇ। ਬਰਫ਼ ਨਾਲ ਵੀ ਨਹੀਂ ਖਰਾਬ ਹੁੰਦੇ ਨਾ? ਮਤਲਬ ਉਹਨਾਂ 'ਚ ਜਿਹੜੀ ਚੀਜ਼ ਤੁਸੀਂ ਪਰਖ ਕਰਨੀ ਆ ਉਹ ਕਾਇਮ ਰਹਿੰਦੀ ਆ। ਹਾਂਜੀ, ਬਰਫ਼ ਪਾਣ। ਹਾਂਜੀ, ਜਿਹੜਾ ਟਿਸ਼ੂ ਆ ਉਹਦਾ ਉਹ ਮਰਦਾ ਨਹੀਂ ਜੀ, ਮਰਦਾ ਨਹੀਂ। ਜਾਂ ਤੇ ਉਸੇ ਵੇਲੇ ਲੈ ਜਾਓ, ਹਾਂਜੀ, ਵੀ ਤੋੜਨ ਤੋਂ ਬਾਅਦ ਤੁਸੀਂ ਦੇਰ ਨਾ ਕਰੋ, ਤੁਰੰਤ ਲੈ ਜਾਓ। ਜੇ ਤੁਹਾਨੂੰ ਪਤਾ ਵੀ ਮੈਨੂੰ ਟਾਈਮ ਲੱਗ ਜਾਣਾ, ਤੇ ਫਿਰ ਤੁਸੀਂ ਮਤਲਬ ਜਿਹੜਾ ਆ ਉਹ ਬਰਫ਼ ਪਾ ਕੇ ਲਿਜਾ ਸਕਦੇ। ਇੱਕ ਟੈਲੀਫੋਨ ਆ ਗਿਆ ਸੱਜਣਾ ਦਾ, ਆਪਾਂ ਸੁਣ ਲਈਏ ਜੀ। ਹਾਂਜੀ, ਹੈਲੋ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹਨਾਂ ਦੇ ਉੱਤੇ ਫੰਗਸ ਦਾ ਰੋਗ ਆ ਗਿਆ ਜੀ। ਹਾਂਜੀ, ਬੈਂਗਣਾ ਤੇ ਫੰਗਸ ਦਾ ਰੋਗ ਕਹਿੰਦੇ ਜੀ। ਅੱਛਾ, ਉੱਲੀ ਜੀ ਲੱਗ ਗਈ। ਫੰਗਸ ਦਾ ਰੋਗ ਆ ਗਿਆ, ਉੱਲੀ ਲੱਗ ਜਾਂਦੀ ਉਹਦੀ ਟਿੱਕੀ ਜੀ। ਅੱਛਾ, ਡਾਕਟਰ ਸਾਹਿਬ ਬੈਂਗਣੀਆਂ ਲੱਗੀਆਂ, ਕਹਿੰਦੇ ਉੱਲੀ ਜੀ ਲੱਗ ਗਈ ਆ, ਕੋਈ ਹੈ ਇਹਦਾ ਇਲਾਜ? ਹਾਂਜੀ, ਤੁਸੀਂ ਕੋਈ ਵੀ ਉਹਦੇ ਤੇ ਫੰਗਸ ਵਾਲੀ ਜਿਹੜੀ ਫੰਜੀਸਾਈਡ ਸਪਰੇ ਇਹ ਕਰ ਸਕਦੇ ਆ। ਅੱਛਾ, ਤੇ ਜਿਵੇਂ ਕੋਈ ਬਵਿਸਟਿਨ ਹੋ ਗਿਆ ਜਾਂ ਉਦਾਂ ਜਿਹੜੇ ਫੰਗੀਸਾਈਡ ਆਉਂਦੇ ਆ, ਕੋਈ ਉਹ ਕਰਕੇ ਉਹਨੂੰ ਤੁਸੀਂ ਇਹਨਾਂ ਦਾ ਜਿਹੜਾ ਕੰਟਰੋਲ ਕਰ ਸਕਦੇ ਆ। ਮਾਤਰਾ ਜਰਾ ਉਸ ਹਿਸਾਬ ਨਾਲ ਲੈਣੀ ਚਾਹੀਦੀ ਜਿੰਨੀ ਕੁ ਹੈਗੀ। ਮਿਠਾ ਸਿੰਘ ਜੀ, ਆਪਾਂ ਡਾਕਟਰ ਸਾਹਿਬ ਨੂੰ ਪੁੱਛ ਲਈਏ ਵੀ ਮਾੜੇ ਪਾਣੀ ਤੇ ਵੀ ਬਾਗ ਹੋ ਜਾਂਦਾ? ਅੱਛਾ, ਤੇ ਪਾਣੀ ਟੈਸਟ ਕਰਾਉਣਾ ਵੀ ਜ਼ਰੂਰੀ ਹੋਣਾ? ਮੈਨੂੰ ਤਾਂ ਲੱਗਦਾ ਆਪਣੇ ਖੇਤ ਦਾ ਬੋਰ ਦਾ ਪਾਣੀ ਮਾੜਾ ਨਾ। ਦੇਖੋ, ਆਂਦੇ ਆ ਵੀ ਜਿਹੜਾ ਪਾਣੀ ਆ, ਬੋਲੀ ਆ, ਇਹ ਹਰ 10 ਤੇ 30 ਕੋ ਬਾਅਦ ਬਦਲ ਜਾਂਦੀ ਹੈ। ਡਾਕਟਰ ਸਾਹਿਬ, ਕੀ ਪਾਣੀ ਪਰਖ ਕਰਾਉਣਾ ਵੀ ਜ਼ਰੂਰੀ ਹੈ ਜੇ ਆਪਾਂ ਬਾਗ ਲਾਉਣਾ ਤਾਂ? ਹਾਂਜੀ, ਬਿਲਕੁਲ ਜੀ। ਜੇ ਤੁਸੀਂ ਬਾਗ ਲਗਾਉਣਾ ਵਾ ਤਾਂ ਪਾਣੀ ਜਿਹੜਾ ਵਾ, ਤੁਸੀਂ ਅਗਰ ਟਿਊਬਵੈਲ ਦਾ ਲਗਾ ਰਹੇ ਹੋ ਜਾਂ ਤੁਹਾਡੇ ਕੋਲੇ ਨਹਿਰੀ ਪਾਣੀ ਹੈ, ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਟਿਊਬਵੈਲ ਦਾ ਲਗਾ ਰਹੇ ਹੋ ਤਾਂ ਉਹਦੇ ਲਈ ਤੁਹਾਡੇ ਕੋਲੇ ਜਾਂਚ ਰਿਪੋਰਟ ਹੋਣੀ ਬਹੁਤ ਜ਼ਰੂਰੀ ਹੈ। ਅੱਛਾ ਜੀ। ਕਿਉਂਕਿ ਪਾਣੀ ਜਿਹੜਾ ਵਾ, ਪਾਣੀ ਦੇ ਨਾਲ ਬੂਟੇ ਦੀ ਜਿਹੜੀ ਹੈਗੀ ਆ ਵਾਧਾ ਜਿਹੜਾ ਵਾ ਉਹ ਵੀ ਘਟ ਜਾਂਦਾ ਅਗਰ ਪਾਣੀ ਮਾੜਾ ਆਪਣਾ। ਪਾਣੀ ਦਾ ਜਿਹੜਾ ਸੈਂਪਲ ਆ ਉਹ ਟੈਸਟ ਕਰਨ ਲਈ ਤੁਸੀਂ ਬੋਰ ਜਿਹੜਾ ਵਾ, ਮੋਟਰ ਜਿਹੜੀ ਆ ਆਪਣੀ, ਅੱਧਾ ਘੰਟਾ ਜਿਹੜਾ ਘੱਟੋ ਘੱਟ ਜਿਹੜਾ ਚਲਾਣਾ ਵਾ, ਪਹਿਲੇ ਚਲਾ ਲਓ। ਹਾਂਜੀ, ਸੈਂਪਲ ਭਰਨ ਤੋਂ ਪਹਿਲਾਂ ਅੱਧਾ ਘੰਟਾ ਤੁਹਾਡੀ ਮੋਟਰ ਚੱਲੇ, ਬੋਰ ਚੱਲੇ, ਅਤੇ ਉਸ ਤੋਂ ਬਾਅਦ ਤੁਸੀਂ ਉਹ ਜਿਹੜੀ ਬੋਤਲ ਭਰਨੀ ਹੈ, ਉਹ ਬੋਤਲ ਪਾਣੀ ਨੂੰ ਉਹਨੂੰ 3-4 ਵਾਰੀ ਤੁਸੀਂ ਭਰ ਦੇਣਾ ਵਾ ਤੇ ਉਸ ਨੂੰ ਡੋਲ ਕੇ ਤੇ ਉਹ ਭਰ ਲੈਣਾ ਸੈਂਪਲ, ਉਹ ਲੈ ਜਾਣਾ। ਉਹ ਲੈ, ਠੀਕ ਹੈ ਜੀ। ਹਾਂ, ਮਤਲਬ ਇਹ ਆ ਵੀ ਜੇ ਹੋਰ ਵੀ ਕੋਈ ਪੁੱਛਣਾ ਤੇ ਫਿਰ ਡਾਕਟਰ ਸਾਹਿਬ ਜਿਵੇਂ ਉੱਥੇ ਵਿਕਾਸ ਅਫਸਰ ਹੈਗੇ ਆ ਨੇੜੇ ਦੇ ਇਦਾਂ ਹੀ ਆਪਣੇ ਹਰ ਜ਼ਿਲ੍ਹਿਆਂ 'ਚ ਹੈਗੇ ਆ ਜੀ ਦਫ਼ਤਰ, ਉੱਥੇ ਜਾ ਕੇ ਆਪਾਂ ਮਿਲ ਕੇ ਪੁੱਛ ਸਕਦੇ ਹਾਂ। ਹਾਂ, ਬਿਲਕੁਲ ਗੱਲ ਸਹੀ ਆ ਜੀ। ਅੱਛਾ, ਆਪਣਾ ਚੌਹਾਨ ਸਾਹਿਬ ਜੀ, ਤਾਪਮਾਨ ਦੀ, ਆਪਣਾ ਮੌਸਮ ਦੀ ਖਬਰ ਜਿਹਨੂੰ ਆਉਂਦੀ ਹੈ, ਇਹ ਵੀ ਪਤਾ ਲਾਉਣਾ ਬਹੁਤ ਜ਼ਰੂਰੀ ਆ ਕਿਸਾਨਾਂ ਲਈ, ਖਾਸ ਕਰਕੇ ਸਾਡੇ ਜ਼ਿਮੀਂਦਾਰਾਂ ਲਈ। ਤੇ ਮੌਸਮ ਦੇ ਵਿੱਚ ਤਾਪਮਾਨ ਜਿਹੜਾ ਆ, ਜਲੰਧਰ ਵੱਧ ਤੋਂ ਵੱਧ 41.2 ਡਿਗਰੀ ਸੈਲਸੀਅਸ ਰਿਹਾ ਜੀ, ਤੇ ਘੱਟ ਤੋਂ ਘੱਟ 24.3 ਡਿਗਰੀ ਸੈਲਸੀਅਸ।
ਤੇ ਗੁਰਦਾਸਪੁਰ ਚ 39.5 ਤੇ 26.8, ਚੰਡੀਗੜ੍ਹ ਚ 40.3 ਤੇ ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ, ਤੇ ਪਟਿਆਲਾ ਚ ਜਿਹੜਾ ਜੀ ਵੱਧ ਤੋਂ ਵੱਧ 40.2 ਤੇ ਘੱਟ ਤੋਂ ਘੱਟ 25.4, ਅੰਮ੍ਰਿਤਸਰ ਚ 41.2 ਤੇ 26.2, ਤੇ ਬਠਿੰਡਾ ਚ ਵੱਧ ਤੋਂ ਵੱਧ 44 ਡਿਗਰੀ ਸੈਲਸੀਅਸ ਰਿਹਾ ਜੀ, ਸਭ ਤੋਂ ਵੱਧ ਗਰਮੀ ਬਠਿੰਡਾ ਚ ਰਹੀ ਆ, ਤੇ ਘੱਟ ਤੋਂ ਘੱਟ 28.6 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਰਿਹਾ ਆ। ਇਹ ਤੇ ਸੀ ਜੀ ਤਾਪਮਾਨ। ਤੇ ਮੌਸਮ ਦੇ ਬਾਰੇ ਇਹਨਾਂ ਨੇ ਖਬਰ ਘੱਲੀ ਆ ਵੀ ਆਉਣ ਵਾਲੇ 24 ਘੰਟਿਆਂ 'ਚ ਮੌਸਮ ਤਕਰੀਬਨ ਖੁਸ਼ਕ ਰਹਿਣ ਦੀ ਸੰਭਾਵਨਾ ਅਜੇ ਕੋਈ ਸੰਭਾਵਨਾ ਨਹੀਂ ਹੈ ਜੀ, ਖੁਸ਼ਕ ਹੀ ਰਹੇਗਾ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਭੇਜਣਾ ਚਾਹੁੰਦੇ ਹੋ ਤੇ ਸਾਨੂੰ ਖਤ ਲਿਖ ਸਕਦੇ ਆ, ਜਾਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ। ਪਿੰਨ ਕੋਡ ਹੈ 144001, ਤੇ ਸਾਡਾ ਈਮੇਲ ਜਿਹੜਾ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਪਰ ਥੋੜ੍ਹਾ ਜਿਹਾ ਧਿਆਨ ਰੱਖੋ, ਕਰੋਨਾ ਜੇ ਚੰਗੀ ਤਰ੍ਹਾਂ ਗਿਆ ਨਹੀਂ ਜੇ, ਇਸ ਕਰਕੇ ਇਹਤਿਆਤ ਵਰਤਣ ਦੀ ਬਹੁਤ ਲੋੜ ਆ। ਵੈਕਸੀਨ ਜਿਹਨੇ ਨਹੀਂ ਲਵਾਈ ਉਹ ਜ਼ਰੂਰ ਲਵਾ ਲਓ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ ਜੀ।